ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਦੇ ਦੂਜੇ ਹਿੱਸੇ ਵਿੱਚ ਸਵਾਗਤ। ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਦੋਸਤੋ। ਇਸ ਹਿੱਸੇ ਵਿੱਚ ਅਸੀਂ ਪਹੁੰਚੇ ਹਾਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਕੋਲ। ਇਹਨਾਂ ਕੋਲ ਅਸੀਂ ਕੋਵਿਡ ਬਾਰੇ ਜਾਣਕਾਰੀ ਲੈਣੀ ਹੈ। ਪਿਛਲੇ ਸਮੇਂ 'ਚ ਵੱਖ-ਵੱਖ ਜਿਹੜੇ ਇਹਦੇ ਆਸਪੈਕਟ ਸੀਗੇ ਕੋਵਿਡ ਦੇ, ਅਸੀਂ ਜਦੋਂ ਦਾ ਸ਼ੁਰੂ ਹੋਇਆ ਇਹ ਉਦੋਂ ਤੋਂ ਹੀ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਇਹਨਾਂ ਨਾਲ ਗੱਲਬਾਤ ਕਰਦੇ ਆਏ ਹਾਂ। ਇਸ ਵੇਲੇ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਨੇ। ਪਹਿਲੀ ਗੱਲ, ਵੈਕਸੀਨੇਸ਼ਨ ਕਦੋਂ ਤੱਕ ਹੋ ਜੂਗੀ? BC ਦੇ ਵਿੱਚ ਕਦੋਂ ਤੱਕ ਸਾਰਿਆਂ ਨੂੰ ਵੈਕਸੀਨ ਲੱਗ ਜੂਗੀ ਤੇ ਸਾਰਾ ਕੁਝ ਖੁੱਲੂਗਾ ਕਦੋਂ? ਅਗਲੀ ਗੱਲ, ਇੱਕ ਜਿਹੜੀ ਵੈਕਸੀਨ ਆ ਉਹਦੇ ਕਹਿੰਦੇ ਕੋਈ ਬਲੱਡ ਕਲੌਟ ਬਣ ਜਾਂਦਾ ਲਵਾਉਣ ਦੇ ਨਾਲ, ਜਾਂ ਜਿਹੜੀ ਵੈਕਸੀਨ ਹੈ ਇਹਦੇ ਕੁਛ ਇੱਦਾਂ ਦੀਆਂ ਕੰਪਲੇਂਟਸ ਆ ਰਹੀਆਂ। ਯੂਰਪ ਦੇ ਕੁਛ ਥਾਵਾਂ ਦੇ ਉੱਤੇ ਬੰਦ ਕੀਤੀ ਗਈ। ਕਿਹੜੀ ਵੈਕਸੀਨ ਆ, ਸਾਨੂੰ ਕਿਹੜੀ ਲੱਗ ਰਹੀ ਆ, ਤੇ ਜਿਹੜੀ ਇਹ ਹੁਣ ਕੀ ਕੈਨੇਡਾ ਦੇ ਵਿੱਚ ਉਹ ਵੈਕਸੀਨ ਲੱਗਣੀ ਆ ਜਾਂ ਦੂਜੀ ਲੱਗਣੀ ਆ, ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਆ, ਉਹ ਡਾਕਟਰ ਸਾਹਿਬ ਤੋਂ ਪੁੱਛਾਂਗੇ। ਦੂਜਾ, ਇਸ ਵੇਲੇ ਕੋਵਿਡ ਦੀ ਅਸਲ ਦੇ ਵਿੱਚ ਸਥਿਤੀ ਕੀ ਹੈ, ਕਿੱਥੇ ਅਸੀਂ ਪਹੁੰਚੇ ਹਾਂ, ਕਿੰਨੇ ਕੁ ਕੇਸਿਸ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਲੱਗਦਾ ਕਿ ਅਸੀਂ ਉਹ ਜਿਹੜੀ ਸਾਰੀ ਪੀਕ ਆ ਲੰਘ ਚੁੱਕੇ ਹਾਂ ਤੇ ਹੁਣ ਅਸੀਂ ਹੌਲੀ ਹੌਲੀ ਸਾਰਾ ਕੁਝ ਜਿਹੜੀਆਂ ਢਿੱਲਾਂ ਆ ਖੁੱਲ੍ਹਾਂ ਆ ਉਹਦੇ ਵੱਲੋਂ ਜਾਵਾਂਗੇ। ਇਹਦੇ ਹੋਰ ਕਿਹੜੇ ਕਿਹੜੇ ਪੱਖ ਨੇ, ਇਹਦੇ ਬਾਰੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਇਹ ਪਹਿਲਾਂ ਤਾਂ ਵੈਕਸੀਨ ਬਾਰੇ ਦੱਸਿਓ ਜੀ। ਕਹਿੰਦੇ ਵੈਕਸੀਨ ਲਵਾਉਣ ਦੇ ਨਾਲ ਕੋਈ ਨੁਕਸਾਨ ਹੋ ਰਿਹਾ, ਰਿਪੋਰਟਾਂ ਕਈ ਥਾਂ ਤੋਂ ਆ ਰਹੀਆਂ। ਇਹ ਕਿਹੜੀ ਵੈਕਸੀਨ ਹੈ, ਸਾਡੇ ਉਹੀ ਲੱਗ ਰਹੀ ਹੈ ਜੀ ਜਾਂ ਇਹ ਕੀ ਹਿਸਾਬ ਆ ਜੀ ਇਹਦਾ? ਹਾਂਜੀ, ਵੀਕਐਂਡ ਤੋਂ ਇਹ ਰਿਪੋਰਟਾਂ ਆ ਰਹੀਆਂ ਸੀ ਔਰ ਯੂਰਪ ਤੋਂ ਆ ਰਹੀਆਂ ਖਾਸ ਕਰਕੇ, ਔਰ ਸਾਡੇ ਇੱਥੇ ਇਹੋ ਜਿਹੀ ਕੋਈ ਰਿਪੋਰਟ ਫਿਲਹਾਲ ਤੇ ਆਈ ਨਹੀਂ ਕੈਨੇਡਾ ਦੇ ਵਿੱਚ। ਜਿਹੜੀ ਐਸਟਰਾਜ਼ੈਨਿਕਾ ਦੀ, ਜਿਹਨੂੰ ਆਪਾਂ ਆਕਸਫੋਰਡ ਦੀ ਵੈਕਸੀਨ ਕਹਿੰਦੇ ਹਾਂ, ਜਿਹੜੀ ਰੂਮ ਟੈਂਪਰੇਚਰ 'ਚ ਰੱਖ ਸਕਦੇ ਹਾਂ, ਬੜੀ ਸਸਤੀ ਆ, 2 ਡੋਜ਼ ਉਹਦੇ ਵੀ ਲਾਉਣੇ ਪੈਂਦੇ ਆ। ਸੋ ਯੂਰਪ ਦੇ ਵਿੱਚ 17 ਮਿਲੀਅਨ ਡੋਜ਼ਿਸ ਉਹਦੇ ਲੱਗ ਚੁੱਕੇ ਆਲ ਓਵਰ ਯੂਰਪ। ਤਾਂ ਕੁਛ ਇੱਕ ਰਿਪੋਰਟਾਂ ਆਈਆਂ ਸੀ ਵੀ ਜਿਹੜੇ ਬਜ਼ੁਰਗ ਹੈ ਜਿਨ੍ਹਾਂ ਨੂੰ ਲੱਗੇ ਆ, ਉਹਨਾਂ ਦੇ ਜਿਹੜੇ ਖੂਨ ਦੀਆਂ ਨਸਾਂ ਹੁੰਦੀਆਂ ਉਹ 'ਚ ਲਹੂ ਜਾਂ ਸਾਡੇ ਖੂਨ ਆ ਉਹਦੇ ਛੋਟੇ ਛੋਟੇ ਗਲਤੇ ਜਾਂ ਕਲੌਟ ਬਣਦੇ ਆ। ਜਦ ਉਹਨਾਂ ਨੇ ਰਿਵਿਊ ਕੀਤਾ ਵੀ ਜਿਨ੍ਹਾਂ ਨੂੰ ਨਹੀਂ ਲੱਗੀ ਵੈਕਸੀਨ ਉਹ ਵੀ ਤਾਂ ਹਸਪੀਟਲ ਲੱਪੜੇ ਸੀ ਕਲੌਟ ਵਾਸਤੇ। ਸੋ ਇਹ ਬੈਲੈਂਸਡ ਆ ਵੀ ਹੋ ਸਕਦਾ ਵੀ ਵੈਕਸੀਨ ਕਰਕੇ ਨਾ ਹੋਵੇ। ਉੱਦਾਂ ਵੀ ਤਾਂ ਕਲੌਟ ਬਣਦੇ ਹੀ ਆ, ਰੋਜ਼ ਹੀ ਐਮਰਜੈਂਸੀ 'ਚ ਜਾਂਦੇ ਆ ਲੋਕੀ ਬਲੱਡ ਕਲੌਟ ਕਰਕੇ, ਵੈਰਾਈਟੀ ਆਫ ਰੀਜ਼ਨ ਕਰਕੇ। ਸੋ ਜਿਹੜੇ ਜਰਮਨੀ ਆ, ਆਇਰਲੈਂਡ ਆ ਤੇ ਨੀਦਰਲੈਂਡ, ਇਹਨਾਂ ਨੇ ਤੇ ਐਸਟਰਾਜ਼ੈਨਿਕਾ ਦੀ ਜਿਹੜੀ ਵੈਕਸੀਨ ਲਾਉਣੀ ਉਹ ਮੁਹਿੰਮ ਉਸ ਕੰਪਨੀ ਦੀ ਬੰਦ ਕੀਤੀ ਆ। ਅੱਛਾ ਜੀ। ਹੁਣ ਇਹੀ ਬਿਆਨ ਸਿਰੇ ਸਿਰੇ ਸਾਡੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਗਿਆ ਵੀ ਤੁਸੀਂ ਦੱਸੋ ਸੇਫਟੀ ਵਾਸਤੇ। ਤੇ ਸਾਡੇ ਕੋਲ ਜਿਹੜੀ ਵੈਕਸੀਨ ਆਪਣੀ ਆਕਸਫੋਰਡ ਦੀ ਉਹ ਉਸ ਬੈਚ ਦੀ ਨਹੀਂ ਆ ਜਿਹੜੀ ਯੂਰੋਪੀਅਨ ਬੈਚ ਦੀ ਆ, ਪਹਿਲੀ ਗੱਲ। ਦੂਜੀ ਗੱਲ, ਸੇਫਟੀ ਜਿਹੜੀ ਹੈਲਥ ਕੈਨੇਡਾ ਮੋਨੀਟਰ ਕਰ ਰਹੀ ਹੈ ਔਰ ਸਾਡੇ ਇੱਥੇ ਇਹੋ ਜਿਹੀ ਕੋਈ ਰਿਪੋਰਟ ਹੋਈ ਨਹੀਂ ਆ। ਲੇਕਿਨ ਸਾਡੇ ਇੱਥੇ ਇੰਨੇ ਮਿਲੀਅਨਸ ਆਫ ਡੋਸਿਸ ਉਹ ਨਹੀਂ ਲੱਗੇ, ਥੋੜੇ ਹੀ ਲੱਗੇ ਆ। ਸੋ ਅਸੀਂ ਇਹ ਕਹਿ ਰਹੇ ਹਾਂ ਵੀ ਵੈਕਸੀਨ ਸੇਫ ਹੈਗੀ ਆ। ਔਰ ਜਿਹੜਾ ਬਲੱਡ ਕਲੌਟ ਹੈ ਉਹਦੇ ਨਾਲ ਐਸੋਸੀਏਸ਼ਨ ਮੇਰੇ ਖਿਆਲ ਨਾਲ ਉਹ ਇੱਕ ਕੋਇਨਸੀਡੈਂਟਲ ਆਪਾਂ ਕਹਿ ਸਕਦੇ ਹਾਂ ਵੀ ਉਹ ਵੈਕਸੀਨ ਰੀਜ਼ਨ ਨਾ ਹੀ ਹੋਏ ਵੀ ਉਸ ਵਿਅਕਤੀ ਦੇ ਬਲੱਡ ਕਲੌਟ ਬਣਨਾ ਹੀ ਹੈ, ਕਿਉਂਕਿ ਬਿਮਾਰੀਆਂ ਤੇ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਚੱਲਦੀਆਂ। ਸੋ ਫਿਲਹਾਲ ਇੱਥੇ ਤਾਂ ਅਸੀਂ ਉਹਨੂੰ ਰੋਕ ਨਹੀਂ ਲਾਈ ਔਰ ਅਸੀਂ ਮੋਨੀਟਰ ਕਰ ਰਹੇ ਸਿਚੁਏਸ਼ਨ, ਔਰ ਜਿਉਂ-ਜਿਉਂ ਸਾਨੂੰ ਹੋਰ ਇਨਫੋਰਮੇਸ਼ਨ ਮਿਲੂਗੀ ਅਸੀਂ ਸਾਂਝੀ ਕਰਾਂਗੇ। ਡਾਕਟਰ ਸਾਹਿਬ, ਜਿਹੜੀ ਦੂਜੀ ਜਿਹੜੀ ਕੰਪਨੀਆਂ ਦੀ ਵੈਕਸੀਨ ਆ ਜਿਹਦੀਆਂ ਸ਼ਿਕਾਇਤਾਂ ਨਹੀਂ, ਉਹ ਵੀ ਇੱਥੇ ਲੱਗ ਰਹੀ ਹੈ? ਜਿਹੜਾ ਬੰਦਾ ਲਵਾਉਣ ਜਾਂਦਾ ਉਹਨੂੰ ਪਤਾ ਹੁੰਦਾ ਕਿ ਮੈਨੂੰ ਕਿਹੜੀ ਲੱਗਣੀ ਹੈ, ਜਾਂ ਉਹਦੀ ਕੋਈ ਚੋਇਸ ਹੈਗੀ ਵੀ ਭਾਈ ਮੈਂ ਉਹ ਨਹੀਂ ਲਵਾਉਣੀ ਉਹ ਲਵਾਉਣੀ? ਦੇਖੋ, ਸਾਰੀਆਂ ਵੈਕਸੀਨਸ ਅੱਛੀਆਂ। ਜਦੋਂ ਆਪਾਂ ਪਹਿਲੇ ਦਿਨ ਤੋਂ ਸਾਲ ਤੋਂ ਇਹ ਗੱਲ ਕਰ ਰਹੇ ਹਾਂ ਨਾ, WHO ਕਹਿੰਦੀ ਸੀ ਵੀ 50% ਵੀ ਇਫੈਕਟਿਵ ਹੋਏ ਤਾਂ ਵਧੀਆ, ਸਸਤੀ ਹੋਏ, 1 ਡੋਜ਼ ਹੋਏ ਤੇ ਉਹਨੂੰ ਸਟੋਰੇਜ ਦੀ ਪ੍ਰੋਬਲਮ ਨਾ ਹੋਏ। 4 ਉਹਨਾਂ ਦੇ ਪੈਮਾਨੇ ਸੀ। ਹੁਣ ਬੈਸਟ ਤਾਂ ਵੈਕਸੀਨ ਇਹੀ ਹੈ ਜਿਹੜੀ ਤੁਹਾਡੇ ਮੋਢੇ 'ਚ ਲੱਗ ਗਈ ਆ ਤੇ ਤੁਹਾਨੂੰ ਐਂਟੀਬੋਡੀਜ਼ ਬਣਾ ਰਹੀ ਆ। ਹੁਣ ਦੇਖੋ, ਮੈਂ ਤੁਹਾਨੂੰ ਵਿਸਤਾਰ 'ਚ ਦੱਸਦਾ। ਪਹਿਲੀ ਗੱਲ ਤਾਂ ਤੁਹਾਡੇ ਕੋਲ ਚੋਇਸ ਨਹੀਂ ਆ ਵੀ ਤੁਸੀਂ ਜਾ ਕੇ ਕਹੋਗੇ ਵੀ ਮੈਨੂੰ ਫਾਈਜ਼ਰ ਦੀ ਲੋੜ ਨਹੀਂ, ਮੋਡਰਨਾ ਦੀ ਲੋੜ ਨਹੀਂ। ਜਿਹੜੀ ਵੀ ਵੈਕਸੀਨ ਉੱਥੇ ਹੈਗੀ ਉਹ ਤੁਹਾਨੂੰ ਲਾਉਣਗੇ, ਇਹਦੇ ਵਿੱਚ ਤੁਹਾਡੇ ਕੋਲ ਚੋਇਸ ਨਹੀਂ ਰਹਿਣੀ। ਦੂਜੀ ਗੱਲ, ਹੁਣ ਫਾਈਜ਼ਰ ਔਰ ਮੋਡਰਨਾ 94-95% ਐਂਟੀਬੋਡੀਜ਼ ਬਣਾਉਂਦੇ ਆ, ਠੀਕ ਹੈ, ਉਹ ਰਿਸਰਚ ਦੇ ਵਿੱਚ ਉਹਨਾਂ ਨੇ ਦੱਸਿਆ। ਲੇਕਿਨ ਹਕੀਕਤ 'ਚ ਤੁਸੀਂ ਦੇਖੋ, ਹੁਣ ਸਾਡੇ ਜਿਹੜੇ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਹੈ ਡਾਕਟਰ ਬੌਨੀ ਹੈਨਰੀ, 2 ਹਫ਼ਤੇ ਪਹਿਲਾਂ ਉਹਨਾਂ ਨੇ ਐਲਾਨ ਕੀਤਾ ਵੀ ਸਾਰਿਆਂ ਨੂੰ 1-1 ਡੋਜ਼ ਲਾ ਦਈਏ, ਜੁਲਾਈ ਤੱਕ ਸਾਰਿਆਂ ਨੂੰ ਲੱਗ ਜਾਏ। BC 'ਚ 5 ਮਿਲੀਅਨ ਜਿਹੜੇ ਹੈਗੇ ਆ ਲੋਕੀ, ਕਿਉਂਕਿ ਸਾਡਾ ਕੈਨੇਡੀਅਨ ਰਿਸਰਚ ਇਹ ਦੱਸ ਰਿਹਾ, ਜਿਹੜੀ ਨੈਸ਼ਨਲ ਐਡਵਾਈਜ਼ਰੀ ਕਮਿਸ਼ਨ ਔਨ ਇਮਿਊਨਾਈਜੇਸ਼ਨ NACI, ਉਹ ਦੱਸ ਰਹੇ ਵੀ 1 ਡੋਜ਼ ਦੇ ਨਾਲ ਹੀ 70% ਐਂਟੀਬੋਡੀਜ਼ ਬਣ ਜਾਂਦੀਆਂ। ਹਾਲਾਂਕਿ ਉਹ ਰਿਸਰਚ ਆ ਰਿਹਾ ਸੀ ਵੀ 55% ਬਣਦੀਆਂ ਪਹਿਲੇ ਡੋਜ਼ ਦੇ ਨਾਲ, ਫਾਈਜ਼ਰ ਤੇ ਮੋਡਰਨਾ, ਸੈਕਿੰਡ ਡੋਜ਼ ਦੇ ਨਾਲ 94-95। ਹੁਣ ਜਿਹੜਾ ਐਸਟਰਾਜ਼ੈਨਿਕਾ ਦਾ ਆਕਸਫੋਰਡ ਦਾ ਉਹ 68 to 70%, ਸੈਕਿੰਡ ਡੋਜ਼ ਦੇ ਨਾਲ ਥੋੜ੍ਹੀ ਜ਼ਿਆਦਾ। ਜੌਨਸਨ ਐਂਡ ਜੌਨਸਨ 1 ਡੋਜ਼ ਆ, ਉਹ 66
10% ਬਣਾਉਂਦਾ, ਲੇਕਿਨ ਜਿਹੜਾ ਸੀਰੀਅਸ ਇਨਫੈਕਸ਼ਨ ਉਸ 'ਚ ਜ਼ਿਆਦਾ ਬਣਾਉਂਦਾ, ਔਰ ਐਂਟੀਬਾਡੀ ਲੈਵਲ ਉਹਨਾਂ ਦੀ ਵੱਧਦੀ ਜਾਂਦੀ ਜਿਉਂ ਹਫਤਾ ਅਗਾਂਹ ਜਾਈ ਜਾਂਦਾ। ਜਦ 3 ਹਫ਼ਤੇ ਬਾਅਦ ਉਹਨਾਂ ਦੀ ਐਂਟੀਬਾਡੀ ਦੇਖੋਗੇ 80% ਤੋਂ ਉੱਤੇ ਹੋਊਗੀ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਰਿਸਰਚ ਕੀਤੀਆਂ ਉਦੋਂ ਨਹੀਂ ਆਈਆਂ, ਲੇਕਿਨ ਹਕੀਕਤ 'ਚ ਸਾਹਮਣੇ ਆ ਰਹੀਆਂ। ਬੈਸਟ ਵੈਕਸੀਨ ਇਹੀ ਹੈ ਜਿਹੜੀ ਤੁਹਾਨੂੰ ਲੱਗੇ, ਤੁਹਾਨੂੰ ਪ੍ਰੋਟੈਕਟ ਕਰੇ। ਦੇਖੋ ਫਿਰ ਮੈਂ ਸਾਰਿਆਂ ਨੂੰ ਕਹਿੰਦਾ, ਅਸੀਂ 100% ਕੋਵਿਡ ਤੋਂ ਛੁਟਕਾਰਾ ਕਦੀ ਨਹੀਂ ਪਾਵਾਂਗੇ। ਜਿੱਦਾਂ ਫਲੂ ਤੋਂ ਛੁਟਕਾਰਾ ਨਹੀਂ ਪੈਂਦਾ ਸਾਨੂੰ ਹੁਣ ਕਈ ਮਿਲੀਨੀਅਮਸ ਤੋਂ, ਮਤਲਬ ਕਈ 100 ਸਾਲਾਂ ਤੋਂ ਫਲੂ ਤੁਰਿਆ ਆਉਂਦਾ, ਇਹ ਵੀ ਤੁਰਿਆ ਰਹੂਗਾ। ਲੇਕਿਨ ਇਹਦਾ ਜਿਹੜਾ ਪੈਂਡਮਿਕ ਆ, ਇਹਦਾ ਜਿਹੜਾ ਜ਼ੋਰ ਆ ਵੀ ਇਹ ਹਸਪੀਟਲਾਈਜੇਸ਼ਨ ਦਾ, ICU ਐਡਮਿਸ਼ਨ ਦਾ, ਡੈਥ ਦਾ, ਉਹ ਅਸੀਂ 0 ਤੇ ਲੈ ਕੇ ਆਉਣਾ। ਮਾੜਾ ਮੋਟਾ ਇਹ ਚੱਲਦਾ ਰਹੇਗਾ। ਈਵਨ ਵੈਕਸੀਨ ਕੋਈ ਵੀ 100% ਪ੍ਰੋਟੈਕਟਿਵ ਨਹੀਂ ਹੈ। ਵੈਕਸੀਨ ਲਾਉਣ ਤੋਂ ਬਾਅਦ ਵੀ ਤੁਹਾਨੂੰ ਮਾਈਲਡ ਇਨਫੈਕਸ਼ਨ ਹੋ ਸਕਦਾ। ਸੋ ਬੈਸਟ ਇਹ ਹੈ ਵੀ ਤੁਹਾਡੇ ਕੋਲ ਬੋਡੀ 'ਚ ਇਨਫ ਐਂਟੀਬਾਡੀਜ਼ ਮੀਨਸ ਤੁਹਾਡੇ ਕੋਲ ਫੌਜ ਹੈਗੀ ਆ ਕੋਵਿਡ ਨੂੰ ਲੜਨ ਵਾਸਤੇ, ਵੀ ਜਿਹੜੀ ਤੁਹਾਨੂੰ ਪ੍ਰੋਟੈਕਟ ਕਰਕੇ ਰੱਖੂਗੀ ਵੀ ਤੁਸੀਂ ਹਸਪੀਟਲਾਈਜੇਸ਼ਨ 'ਚ ਨਾ ਜਾਓ। ਔਰ ਇਹ ਸਾਰੀਆਂ ਵੈਕਸੀਨ ਉਹਦੇ ਵਿੱਚ ਸਮਰੱਥ ਹੈਗੀਆਂ। ਸੋ ਇਸ ਲਈ ਇਹ ਚਾਰੋਂ ਵੈਕਸੀਨ ਸੋ ਫਾਰ ਮਨਜ਼ੂਰਸ਼ੁਦਾ ਹੈਗੇ ਆ। ਔਰ ਆਉਣ ਵਾਲੇ ਕੁਝ ਹਫ਼ਤਿਆਂ 'ਚ ਨੋਵਾਵੈਕਸ ਕਰਕੇ ਵੀ ਜਿਹੜੀ ਇੱਕ ਹੋਰ ਵੈਕਸੀਨ ਹੈਗੀ ਹੈ ਉਹਨੂੰ ਵੀ ਸ਼ਾਇਦ ਮਨਜ਼ੂਰੀ ਮਿਲ ਜਾਏਗੀ। ਇਸ ਲਈ ਕੈਨੇਡਾ ਨੇ ਪਹਿਲਾਂ ਸੋਚਿਆ ਸੀ ਸੈਪਟੰਬਰ ਤੱਕ ਚੱਲੂਗਾ, ਲੇਕਿਨ ਮੈਨੂੰ ਲੱਗਦਾ ਵੀ ਇਹ ਅਸੀਂ ਪਹਿਲੋਂ ਹੀ ਕਰ ਲੈਣਾ। ਦੇਖੋ ਜੁਲਾਈ ਤੱਕ ਤੇ ਇੱਕ ਡੋਜ਼ BC 'ਚ ਲੱਗ ਜਾਣਾ। ਹੁਣ ਮੈਂ ਦੱਸਦਾ, ਅਸੀਂ ਜਦੋਂ ਇਹ ਬਣਾਉਂਦੇ ਨਾ ਗਾਈਡਲਾਈਨਸ, ਅਸੀਂ ਅੱਗੇ 1 ਹਫ਼ਤਾ ਹੋਰ ਫਾਸਟ 'ਚ ਚੱਲ ਰਹੇ। ਅੱਜ ਗੁੱਡ ਨਿਊਜ਼ BC 'ਚ ਇਹ ਆ ਵੀ 80 ਸਾਲ ਤੋਂ ਵਧੇਰੀ ਉਮਰ ਵਾਲੇ ਉਹ ਵੀ ਬੁਕਿੰਗ ਕਰ ਸਕਦੇ ਆ, ਜਿਹੜੇ ਫਰੇਜ਼ਰ ਹੈਲਥ ਜਾਂ BC 'ਚ ਰਹਿੰਦੇ ਆ। ਉਹਨਾਂ ਨੂੰ ਆਉਣ ਵਾਲੇ 5-7 ਦਿਨਾਂ ਦੇ ਵਿੱਚ ਟੀਕੇ ਲੱਗਣੇ ਸ਼ੁਰੂ ਹੋ ਜਾਣਗੇ। ਉਹਨਾਂ ਦੀ ਵੇਲੋਂ ਵਾਰੀ ਹੋਣੀ ਸੀ 2 ਹਫ਼ਤੇ ਬਾਅਦ। ਸੋ ਅਸੀਂ ਪਹਿਲੋਂ ਹੀ 1 ਹਫ਼ਤਾ ਅੱਗੇ ਪਲਾਨ ਚੱਲ ਰਿਹਾ, ਕਿਉਂਕਿ ਸੈਂਟਰਸ ਜ਼ਿਆਦਾ ਖੁੱਲ੍ਹੇ ਆ, ਵੈਕਸੀਨ ਜ਼ਿਆਦਾ ਮਿਲ ਰਹੀ ਹੈ, ਚੋਇਸਿਸ ਜ਼ਿਆਦਾ ਸਾਡੇ ਕੋਲ। ਜਿਹੜੇ ਫਾਈਜ਼ਰ ਵਾਲੇ ਆ ਉਹਨਾਂ ਨੇ 2 ਹਫ਼ਤੇ ਨਹੀਂ ਭੇਜੀ ਸੀ ਪਹਿਲਾਂ ਵੈਕਸੀਨ, ਬਹੁਤ ਡਾਵਾਡੋਲ ਸੀ ਉਦੋਂ ਕੰਡੀਸ਼ਨ। ਹੁਣ ਉਹ ਕਹਿੰਦੇ ਅਸੀਂ ਮੇਕਅਪ ਕਰਨਾ, ਹਰ ਹਫ਼ਤੇ 1-1 ਮਿਲੀਅਨ ਐਡੀਸ਼ਨਲ ਡੋਜ਼ ਭੇਜਣਾ ਮਈ ਦੇ ਮਿਡਲ ਤੱਕ। ਸੋ 8-9 ਮਿਲੀਅਨ ਡੋਜ਼ਸ ਉਹ ਆ ਜਾਣੇ ਆ। ਸੋ ਆਬਾਦੀ ਸਾਡੀ 36 ਮਿਲੀਅਨ ਆ। ਸੋ ਸਾਰਿਆਂ ਨੂੰ ਫਾਈਜ਼ਰ ਇੱਕ ਕੰਪਨੀ ਆ, ਮੋਡਰਨਾ ਵੀ ਕਹਿੰਦਾ ਅਸੀਂ ਦੇਵਾਂਗੇ, ਐਸਟਰਾਜ਼ੈਨੇਕਾ ਵਾਲੇ ਵੀ ਕਹਿੰਦੇ ਦੇਵਾਂਗੇ, ਜੌਨਸਨ ਐਂਡ ਜੌਨਸਨ। ਸੋ ਇਸ ਲਈ ਐਟਲੀਸਟ 1-1 ਡੋਜ਼ ਦੇ ਨਾਲ ਜਿਹੜਾ ਹੈਗਾ ਨਾ ਲੈਵਲ ਅਸੀਂ ਥੱਲੇ ਲੈ ਕੇ ਆਈਏ। ਆਲਰੇਡੀ ਦੇਖੋ ਮੌਸਮ ਥੋੜਾ ਅੱਛਾ ਹੋ ਰਿਹਾ, 10 ਡਿਗਰੀ ਦੇ ਲਾਗੇ ਚਾਗੇ ਦੁਪਹਿਰੇ ਹੋ ਜਾਂਦਾ, ਲੋਕੀ ਬਾਹਰ ਵੀ ਨਿਕਲਦੇ ਆ। ਇਸ ਲਈ ਡਾਕਟਰ ਬੋਨੀ ਹੈਨਰੀ ਨੇ ਕਿਹਾ ਸੀ ਵੀ ਤੁਸੀਂ 10 ਦੇ ਆਪਣਸ ਦੇ ਵਿੱਚ ਮੇਲ ਜੋਲ ਬਾਹਰ ਕਰ ਸਕਦੇ ਘਰ ਦੇ। ਹੁਣ ਇਹ ਗਾਈਡਲਾਈਨਸ ਹੌਲੀ ਹੌਲੀ ਹੋਰ ਇੰਪਰੂਵ ਹੋਣਗੀਆਂ। ਜਿੱਦਾਂ ਪਹਿਲੋਂ ਆਪਾਂ ਜਾਂਦੇ ਸੀ ਨਾ 50 ਦੇ ਲਾਗੇ ਚਾਗੇ, ਆਉਣ ਵਾਲੇ ਕੁਝ ਮਹੀਨਿਆਂ 'ਚ ਹੋਣਗੀਆਂ। ਜਦੋਂ ਨੰਬਰ ਹੋਰ ਘਟਣਗੇ, ਐਡਮਿਸ਼ਨਸ ਘਟਣਗੇ ਤੇ ਡੈਥ ਘਟੂਗੀ। ਡਾਕਟਰ ਸਾਹਿਬ ਅਸੀਂ ਕਦੋਂ ਤੱਕ, ਤੁਸੀਂ ਜਦੋਂ ਦੱਸਿਆ ਕਿ ਜੁਲਾਈ ਤੱਕ 1-1 ਡੋਜ਼ਸ ਤਾਂ ਮਿਲ ਜਾਊਗਾ। ਅਸੀਂ ਕਿੱਥੇ ਬਾਕੀ ਦੇਸ਼ਾਂ ਦੇ ਹਿਸਾਬ ਨਾਲ ਕੈਨੇਡਾ ਕਿੱਥੇ ਕਾ ਇਸ ਵੇਲੇ, ਅਮਰੀਕਾ ਜਾਂ ਹੋਰ ਕੋਈ ਦੇਸ਼ ਅੱਗੇ ਜਾਂ ਪਿੱਛੇ ਵੀ ਹੈ, ਜਾਂ ਅਸੀਂ ਠੀਕ ਚੱਲ ਰਹੇ ਹਾਂ? ਅਮਰੀਕਾ ਦੇ ਵਿੱਚ ਦੇਖੋ ਸਾਡੇ ਨਾਲੋਂ ਜ਼ਿਆਦਾ ਤਰਾਸਦੀ ਸੀ, ਸਾਡੇ ਨਾਲ ਬਹੁਤ ਜ਼ਿਆਦਾ ਕੇਸਿਸ ਸੀ, ਲੇਕਿਨ ਉਹਨਾਂ ਨੇ ਨਾ ਆਪਣੀ ਵੈਕਸੀਨ ਮੁਹਿੰਮ ਬਹੁਤ ਫਾਸਟ ਕੀਤੀ। ਜਦੋਂ ਦੇ ਜੋ ਬਾਈਡਨ ਹੋਣੀ ਪ੍ਰੈਜ਼ੀਡੈਂਟ ਬਣੇ, ਮੈਨੂੰ ਅਮਰੀਕਾ ਦੇ ਮੇਰੇ ਜਿਹੜੇ ਦੋਸਤ ਮਿੱਤਰ ਮੈਡੀਕਲ ਪ੍ਰੋਫੈਸ਼ਨ ਉਹ ਕਹਿੰਦੇ ਵੀ 1 ਮਿਲੀਅਨ ਡੋਜ਼ਸ ਲੱਗਦੇ ਸੀ, ਹੁਣ 2.4 ਮਿਲੀਅਨ ਪਰ ਡੇ ਤੱਕ ਚਲਾ ਗਿਆ ਉੱਥੇ ਡੋਜ਼ਸ ਲਾਉਣਾ। ਔਰ ਉਹਨਾਂ ਨੇ ਡੈਂਟਿਸਟ ਨੂੰ, ਮੈਡੀਕਲ ਸਟੂਡੈਂਟ ਨੂੰ, ਫਾਰਮਾਸਿਸਟ, ਬਹੁਤ ਲੋਕਾਂ ਨੂੰ ਕਿਹਾ ਵੀ ਲਾਓ ਠੀਕ ਹੈ ਨਾ। ਔਰ ਬਹੁਤ ਸਾਰਿਆਂ ਨੂੰ 1-1 ਡੋਜ਼ਸ ਲੱਗ ਚੁੱਕੇ, ਕਰੀਬਨ 70 ਮਿਲੀਅਨ। ਔਰ ਬਹੁਤ ਸਾਰੇ ਲੋਕਾਂ ਨੂੰ 2-2 ਡੋਜ਼ਸ ਵੀ ਲੱਗ ਚੁੱਕੇ ਹੋ। ਲੇਕਿਨ ਉਹਦਾ ਫਾਇਦਾ ਵੀ ਸਾਹਮਣੇ ਆ ਰਿਹਾ, ਉਹਨਾਂ ਦੇ ਨੰਬਰਸ ਘਟ ਗਏ, ਐਡਮਿਸ਼ਨਸ ਘਟ ਗਈਆਂ ਤੇ ਡੈਥ ਘਟ ਗਈਆਂ। ਔਰ ਇਹਦਾ ਸਭ ਤੋਂ ਅੱਛਾ ਮਾਡਲ ਸਾਨੂੰ ਦੇ ਰਹੀ ਇੱਕ ਕੰਟਰੀ ਜਿਹਦਾ ਨਾਮ ਹੈ ਇਜ਼ਰਾਈਲ। ਅੱਛਾ ਜੀ। ਇਜ਼ਰਾਈਲ ਦੀ ਆਬਾਦੀ 24-25 ਮਿਲੀਅਨ ਹੈ। ਉਹਨਾਂ ਨੇ ਕਰੀਬਨ 60% ਲੋਕਾਂ ਨੂੰ 1-1 ਡੋਜ਼ ਤਾਂ ਲਾਤਾ, ਕਰੀਬਨ 25-30% ਨੂੰ 2-2 ਡੋਜ਼ਸ ਵੀ ਲੱਗ ਗਏ। ਫਾਈਜ਼ਰ ਹੀ ਯੂਜ਼ ਕਰ ਰਹੇ ਉੱਥੇ, ਹੋਰ ਨਹੀਂ ਕਰ ਰਹੇ। ਸਮਹਾਓ ਉਹਨਾਂ ਦੀ ਡੀਲ ਵਧੀਆ ਹੋ ਗਈ ਹੋਣੀ ਫਾਈਜ਼ਰ ਦੇ ਨਾਲ, ਤੇ ਉਹਨਾਂ ਨੇ ਮਿਲਟਰੀ ਵੀ ਸੱਦੀ ਸੀ ਲਾਉਣ ਵਾਸਤੇ, ਮਿਲਟਰੀ ਵੀ ਟ੍ਰੇਨਡ ਹੈ ਟੀਕੇ ਲਾਉਣ ਵਾਸਤੇ। ਟੀਕਾ ਕੀ ਮਾਮੂਲੀ ਜਿਹਾ ਤਾਂ ਹੈਗਾ ਵੀ ਕੋਈ ਵੀ ਟ੍ਰੇਨਿੰਗ ਲੈ ਸਕਦਾ। ਉੱਥੇ ਤੁਸੀਂ ਦੇਖੋ ਵੀ ਐਡਮਿਸ਼ਨਸ ਬਿਲਕੁਲ 0 ਦੇ ਲਾਗੇ ਚਾਗੇ ਪੜ ਗਈਆਂ, ਡੈਥ ਬਿਲਕੁਲ ਲੋ ਹੋ ਗਈਆਂ। ਔਰ ਉੱਥੇ ਉਹਨਾਂ ਨੇ ਇਹ ਵੀ ਸਰਵੇਖਣ ਕੀਤਾ ਸੀ ਵੀ ਜਿਨ੍ਹਾਂ ਨੂੰ ਟੀਕੇ 2-2 ਲੱਗੇ ਆ ਵੀ ਇਹਨਾਂ ਨੂੰ ਕੋਵਿਡ ਹੁੰਦਾ ਕਿ ਨਹੀਂ ਹੁੰਦਾ। 0.04% ਹੋਇਆ। ਹਾਲਾਂਕਿ ਆਪਾਂ ਵੈਕਸੀਨੇਸ਼ਨ ਕਹਿੰਦੇ ਨਾ 95% ਵੀ 5%, ਲੇਕਿਨ ਹਕੀਕਤ 'ਚ 0.04% ਹੋਇਆ। ਸੋ ਇਹ ਵੈਕਸੀਨਸ ਕੰਮ ਕਰਦੀਆਂ, ਲੇਕਿਨ ਸਾਨੂੰ ਲਾਉਣੀਆਂ ਚਾਹੀਦੀਆਂ। ਕਾਫੀ ਲੋਕੀ ਡਰ ਵੀ ਰਹੇ ਆ। ਮੈਂ ਸਮਾਜ 'ਚ ਘੁੰਮਦਾ, ਅੱਜ ਹੀ ਪਤਾ ਨਹੀਂ ਕੀ ਸਾਈਡ ਇਫੈਕਟ ਹੋ ਜਾਏ। ਲੋਕੀ ਨਾ ਨੈਗੇਟਿਵ ਨਿਊਜ਼ ਜ਼ਿਆਦਾ ਪੜ੍ਹ ਲੈਂਦੇ। ਹੁਣ ਜਿਹੜੀ ਕਲੌਟ ਵਾਲੀ ਨਿਊਜ਼ ਹੈ ਉਹ ਲੋਕਾਂ ਨੇ ਉਹ ਪੜ੍ਹਨੀ ਆ ਜ਼ਿਆਦਾ, ਬਜਾਏ ਕਿ ਪੋਜ਼ੀਟਿਵ ਇਹਦੇ ਜਿਹੜੇ ਫਾਇਦੇ ਆ ਉਹਦੇ 'ਤੇ ਘੱਟ ਤਵੱਜੋ ਦਿੰਦੇ ਆ। ਕੱਲ੍ਹ ਵੀ ਕਿਸੇ ਦੇ ਨਾਲ ਮੈਂ ਗੱਲਬਾਤ ਕਰ ਰਿਹਾ ਸੀ, ਔਰ ਉਹ ਬੀਬੀ ਕਰੀਬਨ 40 ਸਾਲ ਦੀ ਹੋਣੀ ਹੈ ਨਾ, ਕਹਿੰਦੇ ਨਹੀਂ ਮੈਂ ਤਾਂ ਯੰਗ ਹਾਂ, ਮੈਨੂੰ ਤਾਂ ਕੋਵਿਡ ਹੋ ਨਹੀਂ ਸਕਦਾ, ਬੈਂਕ ਟੈਲਰ ਹੈ। ਮੈਂ ਕਿਹਾ ਵੀ ਭੈਣ ਵੀ ਤੇਰਾ ਤਾਂ ਵਾਹ ਰੋਜ਼ ਪੈਣਾ ਕਿਸੇ ਨਾ ਕਿਸੇ ਨਾਲ, ਹੈ ਨਾ। ਸੋ ਇਸ ਲਈ ਲੋਕਾਂ ਦੀ ਆਪਣੀ ਮਨੋਧਾਰਨਾ ਵੀ ਹੈਗੀਆਂ ਇਸ ਵਿਸ਼ੇ ਦੇ ਉੱਤੇ।
ਇੰਡੀਆ ਦੀ ਕੀ ਹਾਲਤ ਆ ਜੀ? ਉੱਥੇ ਵੈਕਸੀਨੇਸ਼ਨ ਹੋ ਰਹੀ ਜਾਂ ਉਹ ਕਿੱਥੇ ਐਕਸਟੈਂਡ ਕਰਦੇ ਆ ਇਸ ਵੇਲੇ? ਇੰਡੀਆ 'ਚ ਦੋ ਉਹਨਾਂ ਕੋਲ ਹੈਗੀਆਂ, ਉਹ ਦੋਵੇਂ ਐਸਟਰਾਜ਼ੈਨੇਕਾ, ਜਿਵੇਂ ਆਕਸਫੋਰਡ ਬੇਸ ਹੀ ਉਹਨਾਂ ਦਾ ਹੈਗਾ, ਇੱਕ ਤਾਂ ਸੀਰਮ ਇੰਸਟੀਚਿਊਟ ਆਫ ਇੰਡੀਆ ਪੂਨੇ, ਉਹ ਤਾਂ ਫਿਰ ਐਸਟਰਾਜ਼ੈਨੇਕਾ ਆਕਸਫੋਰਡ ਵਾਲੀ ਹੀ ਬਣਾ ਰਿਹਾ, ਤੇ ਜਿਹੜੀ ਦੂਜੀ ਹੈਗੀ ਆ ਭਾਰਤ ਜਿਹੜਾ ਹੈਗਾ ਬਾਇਓਟੈਕ, ਉਹ ਵੀ ਲਗਭਗ ਸਿਮਿਲਰ ਬਣਾਉਂਦਾ, ਉਹ ਗਵਰਨਮੈਂਟ ਅੰਡਰਟੇਕਿੰਗ ਹੈ। ਇੰਡੀਆ ਨੇ ਇੱਕ ਰੈਕੋਰਡ ਕਾਇਮ ਕੀਤਾ ਵੀ 5 ਮਿਲੀਅਨ ਡੋਸਿਸ ਪਰ ਡੇ ਦਾ ਉਹਨਾਂ ਨੇ ਜਿਹੜਾ ਹੈਗਾ ਉਹ ਮੀਲ ਪੱਥਰ ਕ੍ਰਾਸ ਕੀਤਾ। ਲੇਕਿਨ ਇੰਡੀਆ ਬਹੁਤ ਵੱਡੀ ਕੰਟਰੀ ਆ, 1.3 ਮਿਲੀਅਨ ਦੀ, ਹੈ ਨਾ। ਸੋ ਉੱਥੇ ਬਜ਼ੁਰਗਾਂ ਨੂੰ ਲੱਗ ਰਹੀ ਹੈ, ਡਾਕਟਰਾਂ ਨੂੰ ਲੱਗ ਰਹੀ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਉਹਨਾਂ ਨੇ ਵੀ ਲਾਈ ਹੈ, ਕਿਉਂਕਿ ਉਹ ਵੀ ਉਸ ਏਜ 'ਚ ਹੁੰਦੇ ਆ। ਅੱਜ ਸਾਡੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਗਿਆ ਵੀ ਤੁਸੀਂ ਲਾਈ ਹੈ, ਕਹਿੰਦੇ ਨਹੀਂ। ਦੇਖੋ ਉਹਦੀ ਇਮਾਨਦਾਰੀ, ਕਹਿੰਦੀ ਜਦ ਮੇਰੀ ਵਾਰੀ ਆਊਗੀ ਉਦੋਂ ਮੈਂ ਲਾਊਂਗਾ, ਕਿਉਂਕਿ ਉਹ mid-40s 'ਚ ਆ ਦੇ। ਸੋ ਉਹਨਾਂ ਦੀ ਵਾਰੀ ਤਾਂ ਅਜੇ 2-3 ਮਹੀਨੇ ਬਾਅਦ ਆਊਗੀ ਜਦੋਂ ਵੀ। ਸੋ ਇਹ ਅੱਛੀ ਗੱਲ ਆ ਵੀ ਜਿਹਦੇ ਕੋਲ ਸਾਰਾ ਕੁਝ ਹੈਗਾ ਉਹ ਆਪਣੀ ਵਾਰੀ ਵੇਟ ਕਰੂਗਾ। ਸੋ ਇਹਦੀ ਇੰਨੀ ਵੱਡੀ ਜਮਹੂਰੀਅਤ ਔਰ ਡੈਮੋਕ੍ਰੇਸੀ ਕਿੱਥੇ ਨਹੀਂ ਮਿਲੂਗੀ ਤੁਹਾਨੂੰ, ਔਰ ਇਮਾਨਦਾਰੀ ਵੀ ਨਹੀਂ ਮਿਲੂਗੀ। ਜੇ ਕੋਈ ਬਾਹਰੋਂ ਲਵਾ ਲਵੇ ਵੈਕਸੀਨ ਜੀ, ਕਿਤੇ ਹੋ ਸਕਦਾ ਕਿ ਵੀ ਇੱਧਰ ਉੱਧਰੋਂ ਕਰਕੇ ਕਿਸੇ ਤਰ੍ਹਾਂ ਕੋਈ? ਦੇਖੋ ਸਕੈਮਰਸ ਦੇ ਬਹੁਤ ਫੋਨ ਕਾਲ ਆ ਰਹੇ ਆ। CBC ਨੇ ਇਹਦੇ ਉੱਤੇ ਪੋਸਟਿੰਗ ਵੀ ਕੀਤੀ ਹੈ, ਲੋਕੀ ਕਹਿੰਦੇ ਵੀ ਅਸੀਂ ਘਰੇ ਆ ਕੇ ਤੁਹਾਡੇ ਲਾ ਦੂੰਗੇ, ਸਾਨੂੰ ਤੁਹਾਡੀ ਇਨਫੋਰਮੇਸ਼ਨ ਦਿਓ। ਸੋ ਇਹ ਚੋਰ ਬਾਜ਼ਾਰੀ ਵੀ ਚੱਲਦੀ ਹੈ ਨਾ। ਉਹ ਜੋ ਇਨਫੋਰਮੇਸ਼ਨ ਤੁਸੀਂ ਦੇ ਦਿੱਤਾ ਆਪਣਾ ਕ੍ਰੈਡਿਟ ਕਾਰਡ ਨੰਬਰ, ਉਹਦੇ ਉੱਤੇ ਹੋ ਗਿਆ ਬਿੱਲ। ਕਿਸੇ ਨੇ ਘਰ ਆ ਕੇ ਕਿਸੇ ਨੇ ਵੀ ਟੀਕਾ ਨਹੀਂ ਜੋ ਲਾਉਣਾ, ਤੁਹਾਨੂੰ ਵੈਕਸੀਨ ਸੈਂਟਰ 'ਚ ਲਾਉਣਾ ਪੈਣਾ ਔਰ ਰਜਿਸਟ੍ਰੇਸ਼ਨ ਕਰਨੀ ਪੈਣੀ ਹੈ। ਸੋ ਇਹ ਜਿਹੜੇ ਫੋਨ ਸਕੈਮਰਸ ਇਹਨਾਂ ਤੋਂ ਬਚੋ। ਹਾਂ, ਮੈਂ ਨਾ ਮੂਵੀ ਸ਼ੂਟਿੰਗ ਕਰ ਰਿਹਾ ਸੀ ਦਿਲਜੀਤ ਦੋਸਾਂਝ ਦੇ ਨਾਲ ਵੀਕਐਂਡ ਤੇ ਪਿਛਲੇ ਹਫਤੇ, ਤੇ ਉੱਥੇ ਬਲਜੀਤ ਦਿਓ ਉਹਨਾਂ ਦਾ ਡਾਇਰੈਕਟਰ ਆਫ ਫੋਟੋਗ੍ਰਾਫੀ ਆ, ਉਹਨੇ ਅਗਲੇ ਹਫਤੇ, ਉਹਦੀ ਏਜ ਵੀ 50 ਦੇ ਲੱਗ ਗਿਆ ਹੈ ਨਾ, ਇੱਥੇ ਤਾਂ ਉਹਨੂੰ ਲੱਗਣੇ ਨਹੀਂ, 3-4 ਮਹੀਨੇ ਬਾਅਦ ਵਾਰੀ ਆਊਗੀ, ਉਹਨੇ ਇੰਡੀਆ ਜਾਣਾ। ਸੋ ਕਹਿੰਦਾ ਇੰਡੀਆ ਫਿਰ ਮੈਂ ਪ੍ਰਾਈਵੇਟਲੀ ਲਵਾ ਲੂੰਗਾ। ਕਈ ਲੋਕੀ ਜਿਨ੍ਹਾਂ ਨੂੰ ਕੰਮ ਕਰਕੇ ਟਰੈਵਲਿੰਗ ਕਰਨੀ ਆ ਉੱਥੇ ਫਿਰ ਉਹ ਲਵਾ ਲੈਣਗੇ। ਕਈਆਂ ਨੇ ਅਮਰੀਕਾ ਜਾ ਕੇ ਲਵਾ ਲਤੀ, ਜਿਹੜੇ ਸਨੋਬਰਡਸ ਨਹੀਂ ਸੀ ਜਿਹੜੇ ਮਾਇਆਮੀ ਜਾਂਦੇ, ਉਹਨਾਂ ਨੇ ਪਲੇਨ ਫੜੇ, ਉਹ ਕਹਿੰਦੇ ਉੱਦਾਂ ਵੀ ਤਾਂ ਅਸੀਂ ਜਾਂਦੇ ਹਾਂ ਸੂਰਜ ਲੈਣ, ਤੇ ਉੱਥੇ ਤਾਂ ਉਹ ਪੁੱਛਦੇ ਨਹੀਂ। ਹਾਂ, ਡਾਕਟਰ ਬੌਨੀ ਹੈਨਰੀ ਨੇ ਵੀ ਇੱਕ ਵਧੀਆ ਸਟੇਟਮੈਂਟ ਦਿੱਤਾ। ਪਹਿਲਾਂ ਸੀ ਵੀ ਤੁਹਾਨੂੰ MSP ਨੰਬਰ ਦੇਣਾ ਪੈਣਾ, ਲੇਕਿਨ ਅਗਰ ਤੁਹਾਡੀ ਏਜ ਹੈਗੀ, ਲੈਟਸ ਸੇ ਤੁਸੀਂ 90 ਸਾਲ ਦੇ, ਤੁਹਾਡੇ ਕੋਲ MSP ਕਾਰਡ ਨਹੀਂ, ਫਿਰ ਵੀ ਤੁਸੀਂ ਲਾ ਸਕਦੇ। ਸੋ ਇਹਦੇ ਵਿੱਚ ਦਇਆ ਦੀ ਇੱਕ ਭਾਵਨਾ ਵੀ ਹੈਗੀ ਵੀ ਜਿਹੜਾ ਵੀ ਇੱਥੇ ਬਾਸ਼ਿੰਦਾ ਹੈਗਾ, ਅਗਰ ਉਹ ਇਸ ਗਰੁੱਪ 'ਚ, ਏਜ ਗਰੁੱਪ 'ਚ ਹੈਗਾ, ਉਹ ਲਵਾ ਸਕਦਾ। ਜ਼ਰੂਰੀ ਨਹੀਂ ਹੈ ਵੀ ਤੁਸੀਂ ਕੈਨੇਡੀਅਨ MSP ਕਾਰਡ ਨੰਬਰ ਹੋਲਡਰ ਹੀ ਹੋਣ। ਡਾਕਟਰ ਸਾਹਿਬ, ਜਦੋਂ ਤੁਸੀਂ ਦੱਸਿਆ ਕਿ ਇਜ਼ਰਾਈਲ ਦੇ ਵਿੱਚ ਦੁਬਾਰਾ ਵੈਕਸੀਨ ਲੱਗਣ ਤੋਂ ਬਾਅਦ ਕੋਵਿਡ ਨੈਗਲੀਜੀਬਲ ਆ, ਬਹੁਤ ਘੱਟ ਨਾ ਦੇ ਬਰਾਬਰ, 1% ਵੀ ਨਹੀਂ। ਜਿਸ ਬੰਦੇ ਨੂੰ ਕੋਵਿਡ ਹੋ ਗਿਆ ਉਹਨੂੰ ਦੁਬਾਰਾ ਹੋਣ ਦੇ ਕਿੰਨੇ ਕੁ ਚਾਂਸ ਆ? ਕੀ ਜਿਹੜੇ ਕੋਵਿਡ ਹੋਣ ਦੇ ਨਾਲ ਐਂਟੀਬਾਡੀਜ਼ ਬਣਦੀਆਂ ਆ ਤੇ ਜਿਹੜੇ ਵੈਕਸੀਨ ਦੇ ਨਾਲ ਐਂਟੀਬਾਡੀਜ਼ ਬਣਦੀਆਂ, ਇਹਦੇ 'ਚ ਕੋਈ ਫਰਕ ਹੁੰਦਾ? ਹਾਂਜੀ, ਦੇਖੋ ਜਿਹੜਾ ਵੈਕਸੀਨ ਦਾ ਉਹ ਤਾਂ ਕੰਟਰੋਲਡ ਐਨਵਾਇਰਨਮੈਂਟ ਆ, ਕਿਉਂਕਿ ਰਿਸਰਚ ਕੀਤਾ ਸੀ, ਉਹਨਾਂ ਨੂੰ ਪਤਾ। ਰਿਸਰਚ ਜਿੱਦਾਂ ਮੈਂ ਦੱਸਿਆ ਸੀ, ਇੱਕ ਡੋਜ਼ ਦੇ ਨਾਲ ਪਹਿਲੋਂ ਰਿਸਰਚ ਜਦੋਂ 30,000 ਤੇ ਕੀਤਾ ਫਾਈਜ਼ਰ ਮੋਡਰਨਾ, 55% ਬਣਦੀ ਸੀ 2 ਡੋਜ਼ ਦੇ ਨਾਲ mid-90s 'ਚ, ਬਟ ਹਕੀਕਤ 'ਚ 70% ਤੋਂ ਜ਼ਿਆਦਾ ਬਣ ਰਹੀ ਹੈ ਲੋਕਾਂ ਦੇ ਵਿੱਚ ਪਹਿਲੇ ਡੋਜ਼ ਦੇ ਨਾਲ ਹੀ। ਹੁਣ ਜਿਹੜਾ ਨੈਚੁਰਲ ਕੋਵਿਡ ਕਿਸੇ ਨੂੰ ਹੋਣਾ, ਅਗਰ ਉਹਨੂੰ ਸਾਰੇ ਲੱਛਣ ਹੈਗੇ, ਬੁਖਾਰ ਬਹੁਤ ਜ਼ਿਆਦਾ ਚੜਿਆ, ਉਹਦੇ ਮਸਲ ਏਕਸ ਬਹੁਤ ਹੋਏ ਔਰ ਖੰਘ ਬਹੁਤ ਆਈ, ਉੱਥੇ ਐਂਟੀਬਾਡੀ ਲੈਵਲ ਬਹੁਤ ਜ਼ਿਆਦਾ ਬਣੂਗੇ। ਜਿਹਨੂੰ ਬਹੁਤ ਸੂਖਸ਼ਮ ਲੱਛਣ ਸੀ ਉੱਥੇ ਐਂਟੀਬਾਡੀ ਲੈਵਲ ਘੱਟ ਬਣੂਗੇ। ਇਹਦੇ ਵਿੱਚ ਹੁਣ ਕਿਸੇ ਕੋ ਰਿਸਰਚ ਨਹੀਂ ਹੈਗਾ ਵੀ ਨੰਬਰਿੰਗ ਦੱਸਣ ਵਾਸਤੇ, ਹੈ ਨਾ, ਕਿਉਂਕਿ ਹਰ ਇੱਕ ਦਾ ਕਹਿਣਾ ਅਲੱਗ ਹੈ। ਮੇਰੇ ਮਸਲ ਦੁਖਦੇ, ਉਹਦੀ ਨੰਬਰਿੰਗ ਕਿੱਦਾਂ ਕਰਾਂਗੇ? ਬੁਖਾਰ ਤਾਂ ਤੁਸੀਂ ਕਹਿ ਸਕਦੇ ਮੈਨੂੰ 102 104 ਹੈਗਾ, ਹੈ ਨਾ, ਜਾਂ ਖੰਘ ਕਿੱਦਾਂ ਨੰਬਰਿੰਗ ਕਰਾਂਗੇ, ਮੈਨੂੰ ਬਹੁਤ ਜ਼ਿਆਦਾ ਬਹੁਤ ਘੱਟ ਹੈ, ਉਹ ਤਾਂ ਸਬਜੈਕਟਿਵ ਹੋ ਜਾਂਦਾ। ਸੋ ਇਸ ਲਈ ਜਿਨ੍ਹਾਂ ਨੂੰ ਨੈਚੁਰਲ ਕੋਵਿਡ ਹੋ ਗਿਆ, ਡਾਕਟਰ ਬੌਨੀ ਹੈਨਰੀ ਹੈਲਥ ਕੈਨੇਡਾ ਕਹਿੰਦੀ 3-4 ਮਹੀਨੇ ਤੁਸੀਂ ਵੇਟ ਕਰ ਲਓ। ਵੀ ਸਾਨੂੰ ਪਤਾ ਰਿਸਰਚ ਵਾਈਜ਼ ਵੀ 4 ਤੋਂ 6 ਮਹੀਨੇ ਐਂਟੀਬਾਡੀਜ਼ ਤਾਂ ਉਹਨਾਂ 'ਚ ਹੈਗੀਆਂ ਵੀ ਤੁਹਾਨੂੰ ਦੁਬਾਰਾ ਹੋਣ ਦੇ ਲੱਛਣ ਬਹੁਤ ਘੱਟ ਆ। ਸੋ ਦੂਜਿਆਂ ਨੂੰ ਲਾ ਲੈਣ ਤੋਂ ਫਿਰ ਤੁਹਾਡੀ ਵਾਰੀ ਆਊਗੀ। ਨਾਲੇ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਹੋਇਆ ਉਹ ਯੰਗ ਹੈਗੇ, ਉਹ ਏਜ ਗਰੁੱਪ 'ਚ ਹੀ ਨਹੀਂ ਆ ਰਹੇ ਜਿਨ੍ਹਾਂ ਨੂੰ ਹੁਣ ਵੈਕਸੀਨ ਲੱਗ ਰਹੀ ਹੈ। ਡਾਕਟਰ ਸਾਹਿਬ, ਇੱਕ ਕਦੇ ਵੀ ਜਿੰਨਾ ਚਿਰ ਸਾਰੀ ਦੁਨੀਆ ਨੂੰ ਇੱਕ ਤਾਂ ਇਹ ਆ ਕਿ ਕੈਨੇਡਾ 'ਚ ਵੈਕਸੀਨ ਲੱਗ ਗਈ, ਆਪਾਂ ਠੀਕ ਆ, ਅਮਰੀਕਾ ਵਾਲੇ ਆਪਣੀ ਥਾਂ ਤੇ ਠੀਕ ਆ। ਇੱਕ ਹੈਗਾ ਵੀ ਜਿੰਨਾ ਚਿਰ ਸਾਰੀ ਦੁਨੀਆ ਨੂੰ ਵੈਕਸੀਨ ਨਹੀਂ ਲੱਗਦੀ ਉਹਨਾਂ ਚਿਰ ਕੋਈ ਵੀ ਨਹੀਂ ਠੀਕ, ਵੀ ਨਾ ਏਅਰ ਟਰੈਵਲ ਹੋਣਾ। ਇਹ ਕੀ ਹੈ ਜੀ? ਦੇਖੋ, ਅਸੀਂ ਬਹੁਤ ਛੋਟੀ ਆਬਾਦੀ ਵਾਲਾ ਮੁਲਕ ਆ, ਕਰੀਬਨ ਤੁਸੀਂ 36, 37, 38 ਮਿਲੀਅਨ ਵੀ ਗਿਣ ਲਓ, ਹੈ ਨਾ। ਸੰਸਾਰ ਦੀ ਆਬਾਦੀ 8 ਬਿਲੀਅਨ ਦੇ ਲਾਗੇ ਜਾਣ ਨੂੰ ਫਿਰਦੀ ਹੈ। ਸੋ ਵੈਕਸੀਨ ਪਾਸਪੋਰਟ ਦੀ ਵੀ ਗੱਲ ਥੋੜੀ ਟਾਕ ਹੋਈ ਸੀ ਪਿਛਲੇ ਹਫਤੇ, ਤੇ ਪ੍ਰਧਾਨ ਮੰਤਰੀ ਨੇ ਕਿਹਾ ਹੁਣ ਜਿੱਦਾਂ ਮੈਂ ਇੱਕ ਡੋਜ਼ ਤਾਂ ਮੈਨੂੰ ਫਾਈਜ਼ਰ ਦਾ ਲੱਗਿਆ, ਹੈ ਨਾ। ਸੋ ਉਹਨਾਂ ਨੇ ਕਾਰਡ ਜਿਹਾ ਦਿੱਤਾ ਹੋਇਆ, ਮੇਰੇ ਵਾਲਟ 'ਚ ਹੀ ਆ, ਤੇ ਉਹਦੇ 'ਚ ਲਿਖਿਆ ਹੋਇਆ ਬੈਚ ਨੰਬਰ, ਫਾਈਜ਼ਰ, ਡੇਟ, ਫਸਟ ਡੋਜ਼ ਗਿਵਨ, ਤੇ ਬਾਅਦ 'ਚੋਂ ਸੈਕਿੰਡ ਡੋਜ਼ ਜਦੋਂ ਲੱਗੂਗਾ ਉਹ ਵੀ ਐਂਟਰੀ ਹੋਏਗੀ। ਉਹਦੇ ਬਾਅਦ ਇਹ ਹੁੰਦਾ
ਵੀ ਤੁਹਾਡੀ ਟਰੈਵਲਿੰਗ ਦੇ ਉੱਤੇ ਰੈਸਟ੍ਰਿਕਸ਼ਨਸ ਨਹੀਂ ਹੁੰਦੀਆਂ, ਵੀ ਬੰਦਾ ਐਟਲੀਸਟ ਪ੍ਰੋਟੈਕਟਡ ਹੈਗਾ 100% ਨਹੀਂ ਤੇ 95% ਦੇ ਲੱਗੇ ਚੱਲ ਵੀ ਇਹ ਫੈਲਾਊਗਾ ਨਹੀਂ ਜ਼ਿਆਦਾ ਕੋਵਿਡ ਜਾਂ ਇਹਨੂੰ ਵੀ ਨਹੀਂ ਹੋਊਗਾ। ਸੋ ਉਹ ਹੁਣ ਜਿਹੜਾ ਸਾਡਾ ਅਮਰੀਕਾ ਕੈਨੇਡਾ ਦਾ ਬਾਰਡਰ ਇਸ ਵੇਲੇ ਸਾਰਾ ਇੱਕ ਕਿਸਮ ਦਾ ਬੰਦ ਆ, ਉਹ ਤਾਂ ਹੀ ਖੁੱਲੂਗਾ ਜਦ ਵੈਕਸੀਨੇਸ਼ਨ ਜਿਹੜੀ ਹੈਗੀ ਹੈ ਵੱਡੀ ਮਾਤਰਾ 'ਤੇ ਹੋਏਗੀ। ਔਰ ਇੰਟਰਨੈਸ਼ਨਲ ਟਰੈਵਲਿੰਗ ਤਾਂ ਹੀ ਹੋਊਗੀ ਅਗਰ ਦੂਜੇ ਬਾਸ਼ਿੰਦੇ ਵੀ ਪ੍ਰੋਟੈਕਟਡ ਹੈ, ਕਿਉਂਕਿ ਅਗਰ ਉੱਥੇ ਜ਼ਿਆਦਾ ਆ ਤਾਂ ਉੱਥੋਂ ਦੀ ਵੀ ਅਸੀਂ ਲੈ ਕੇ ਆ ਸਕਦੇ ਜਾਂ ਉਹਨਾਂ ਨੂੰ ਅਸੀਂ ਹੋਰ ਖਰਾਬ ਕਰ ਸਕਦੇ ਹਾਂ ਜਿਹੜੇ ਇੱਥੋਂ ਟਰੈਵਲ ਕਰਦੇ ਆ। ਬਹੁਤ ਸਾਰੇ ਲੋਕੀ ਉਹਨਾਂ ਨੇ ਆਲਰੇਡੀ ਟਰੈਵਲਿੰਗ ਦੀ ਪਲਾਨ ਬਣਾਈ ਹੋਈ ਆ, ਕਿਉਂਕਿ ਹਰ ਸਾਲ ਜਾਂਦੇ ਸੀ ਛੁੱਟੀਆਂ 'ਚ, ਸੋ ਉਹਨਾਂ ਦਾ ਬਜਟ ਡਬਲ ਜਾਂ ਟ੍ਰਿਪਲ ਹੋ ਗਿਆ, 2-3 ਸਾਲ ਗਏ ਨਹੀਂ ਛੁੱਟੀਆਂ। ਤੁਸੀਂ ਦੇਖੋ ਜਦੋਂ ਇਹ ਵੀ ਸ਼ੇਪ ਉੱਤੇ ਜਾਊਗਾ ਟਰੈਵਲਿੰਗ ਇੰਡਸਟਰੀ ਸਭ ਤੋਂ ਪਹਿਲਾਂ ਸਰਜੀਤ ਹੋਊਗੀ, ਬਾਕੀ ਇੰਡਸਟਰੀਆਂ ਜਿਹੜੀਆਂ ਬਾਅਦ 'ਚੋਂ ਹੋਣਗੀਆਂ, ਕਿਉਂਕਿ ਲੋਕੀ ਚਾਹੁੰਦੇ ਆ ਉਹਨਾਂ ਦੀ ਜਿਹੜੀ ਭਾਵਨਾਵਾਂ ਜਿਹੜੀਆਂ ਹੈਗੀਆਂ ਘੁੰਮਣ ਫਿਰਨ ਦੀਆਂ ਨਵੀਂ ਜਗ੍ਹਾ ਦੀਆਂ, ਉਹ ਬਿਲਕੁਲ ਉਹਦੇ ਵਿੱਚ ਜਾਣਾ ਚਾਹੁੰਦੇ। ਔਰ ਜਿਹੜੀ ਛੁੱਟੀਆਂ ਲੈਣੀਆਂ ਉਹ ਮਾਨਸਿਕਤਾ ਵਾਸਤੇ ਵੀ ਅੱਛੀ ਗੱਲ ਹੁੰਦੀ ਹੈ। ਤੇ ਡਾਕਟਰ ਸਾਹਿਬ ਇਹ ਹੁਣ ਕਦੋਂ ਤੱਕ ਇੱਕ ਤਾਂ ਹੈਗਾ ਕਿ ਅਸੀਂ ਕਦੋਂ ਤੱਕ ਠੀਕ ਠਾਕ ਹੋ ਜਾਵਾਂਗੇ ਟਰੈਵਲ ਕਰਨ ਲਈ ਵਿਦਨ ਕੈਨੇਡਾ ਜਾਂ ਅਮਰੀਕਾ ਨਾਲ, ਤੇ ਦੂਜਾ ਕੀ ਅੰਦਾਜ਼ਾ ਹੈਗਾ ਕਿ ਪੂਰੀ ਦੁਨੀਆ ਦੇ ਵਿੱਚ ਸਾਰੇ ਫ੍ਰੀਲੀ ਕਦੋਂ ਟਰੈਵਲ ਕਰ ਸਕਦੇ ਆ ਜਾਂ ਕਦੋਂ ਤੱਕ ਹੋ ਸਕਦਾ? ਮੇਰੀ ਜਿਹੜੀ ਪਰਸਨਲ ਥਿੰਕਿੰਗ ਹੈਗੀ ਹੈ ਵੀ ਹੁਣ ਅਸੀਂ ਬਸੰਤ ਰੁੱਤ 'ਚ ਹੈਗੇ ਹਾਂ, ਸਮਰ ਤੱਕ ਬਹੁਤ ਹੀ ਫਰਕ ਪੈ ਜਾਣਾ। ਤੁਸੀਂ ਦੇਖੋ ਪਿਛਲੇ ਸਮਰ 'ਚ ਵੀ ਸਾਨੂੰ BC ਦੇ ਵਿੱਚ ਮਸਾਂ 10 ਕੇਸਿਸ ਪਰ ਡੇ ਹੁੰਦੇ ਸੀ, ਇਸ ਵੇਲੇ ਅਸੀਂ 400-500 ਦੇ ਲਾਗੇ ਹੈਗੇ ਮੰਨਦੇ। ਸੋ ਸਮਰ 'ਚ ਉੱਦਾਂ ਵੀ ਵਾਇਰਸ ਬਾਹਰ ਘੱਟ ਦਿਖਦਾ। ਦੇਖੋ ਇੰਡੀਆ ਦੇ ਵਿੱਚ ਵਾਇਰਸ ਕਿਉਂ ਘੱਟ ਹੈ? ਕਿਉਂਕਿ ਉਹਦਾ ਦਾ ਮੌਸਮ ਗਰਮ ਹੈਗਾ, ਬਾਹਰ ਗਰਮੀ 'ਚ ਵਾਇਰਸ ਇੰਨਾ ਜ਼ਿਆਦਾ ਸਮੇਂ ਜੀਵਿਤ ਨਹੀਂ ਰਹਿੰਦਾ। ਦੂਜੀ ਗੱਲ ਹੈਗੀ ਹੈ ਵੀ ਉਹਦੇ ਲੋਕਾਂ ਦੇ ਵਿੱਚ ਉਹਨਾਂ ਦੀ ਇਮਿਊਨਿਟੀ ਤਗੜੀ ਆ, ਕਿਉਂਕਿ ਉਹ ਕਦੀ ਡੈਂਗੂ ਦੇ ਨਾਲ ਵਾਹ ਪੈ ਗਿਆ, ਕਦੀ ਮਲੇਰੀਆ ਦੇ ਨਾਲ ਵਾਹ ਪੈ ਗਿਆ, ਸੋ ਇਮਿਊਨ ਸਿਸਟਮ ਆਲਰੇਡੀ ਐਂਟੀਬਾਡੀਜ਼ ਬਹੁਤ ਸਾਰੀਆਂ ਬਣਾ ਕੇ ਬੈਠਾ ਹੋਇਆ। ਤੀਜਾ ਆ ਵੀ 6% ਲੋਕੀ 65 ਸਾਲ ਤੋਂ ਉੱਤੇ ਦੇ, ਬਾਕੀ ਯੰਗ ਪੋਪੂਲੇਸ਼ਨ, ਅੱਧੀ ਕੰਟਰੀ 40 ਸਾਲ ਤੋਂ ਥੱਲੇ ਦੀ ਆਬਾਦੀ ਦੀ। ਔਰ ਜਿਹੜਾ ਯੂਥ ਹੈ ਜਾਂ 40 ਸਾਲ ਤੋਂ ਥੱਲੇ, ਕੋਵਿਡ ਬਹੁਤ ਰੇਅਰਲੀ ਉਹਨਾਂ ਨੂੰ ਹਸਪੀਟਲ ਭੇਜਦਾ। ਔਰ ਚੌਥੀ ਗੱਲ ਜਿਹੜੀ ਸਾਹਮਣੇ ਆਈ ਵੀ ਉਹਨਾਂ ਦੇ ਵਿੱਚ ਮੋਟਾਪੇ ਦੀ ਡਰ ਬਹੁਤ ਘੱਟ ਹੈ। ਤੁਸੀਂ ਦੇਖ ਲਓ ਹੁਣ ਕਿਸਾਨ ਦਾ ਜਿਹੜਾ ਅੰਦੋਲਨ ਚੱਲ ਰਿਹਾ, ਸੰਘਰਸ਼ ਚੱਲ ਰਿਹਾ, ਉਹਦੇ ਤੁਸੀਂ ਮੋਟਾ ਕਿਸਾਨ ਤਾਂ ਦੇਖੋਗੇ ਨਾ, ਕਿਸਾਨ ਤਾਂ ਉੱਦਾਂ ਹੀ ਮਜ਼ਦੂਰੀ ਕਰਦਾ ਪੂਰਾ ਦਿਨ। ਸੋ ਇਹ ਵੀ ਇੱਕ ਫੈਕਟਰ ਹੈਗਾ। ਜਿਹੜੀ ਗੱਲ ਕੈਨੇਡਾ ਦੀ ਹੈਗੀ ਆ, ਅਸੀਂ ਐਂਡ ਆਫ ਦਿਸ ਈਅਰ ਤੱਕ ਬਹੁਤ ਕੁਝ ਖੁੱਲ ਜਾਊਗਾ। ਵੈਕਸੀਨੇਸ਼ਨ ਇੱਕ ਪੀਸ ਆਫ ਪਜ਼ਲ ਹੈਗਾ, ਜਿਹੜੇ ਮਾਸਕ ਆ, ਫਿਜ਼ੀਕਲ ਡਿਸਟੈਂਸ, ਇੱਕ ਦੂਜੇ ਨੂੰ ਮਿਲਣਾ, ਇਹ ਸਾਰਾ ਹੌਲੀ ਹੌਲੀ ਚੱਲੂਗਾ। ਹੋ ਸਕਦਾ ਮਾਸਕਿੰਗ ਸਾਨੂੰ ਅਗਲੇ ਸਾਲ ਤੱਕ ਵੀ ਕਰਨੀ ਪਵੇ, ਜਦ ਤੱਕ ਸਾਰੇ ਫੁੱਲੀ ਨਹੀਂ ਪ੍ਰੋਟੈਕਟਡ ਹੁੰਦੇ। ਅਲਟੀਮੇਟਲੀ ਸਾਨੂੰ ਇਹ ਦੇਖਣਾ ਵੀ ਹਸਪੀਟਲਾਈਜੇਸ਼ਨ 0 ਤੇ ਜਾਵੇ, ਐਡਮਿਸ਼ਨ 0 ਤੇ ਹੋਣ, ਡੈਥ 0 ਤੇ ਹੋਵੇ, ਇਹਦੇ ਨਾਲ ਤਾਂ ਸਾਡੀ ਸਕਸੈਸ ਹੋਏਗੀ। ਵਰਲਡ ਵਾਈਡ ਮੈਂ ਕਹਿੰਦਾ ਮਿਡਲ ਆਫ ਨੈਕਸਟ ਈਅਰ ਟੂ ਐਂਡ ਆਫ ਨੈਕਸਟ ਈਅਰ ਤੱਕ ਇਹ ਗੱਡੀ ਚੱਲੂਗੀ ਅਜੇ, ਕਿਉਂਕਿ ਬਹੁਤ ਸਾਰੀ ਕੰਟਰੀਆਂ 'ਚ ਅਜੇ ਵੈਕਸੀਨੇਸ਼ਨ ਸ਼ੁਰੂ ਨਹੀਂ ਹੋਇਆ। ਹਿੰਦੁਸਤਾਨ ਨੇ ਜਿੱਦਾਂ ਸਾਰਿਆਂ ਨੂੰ ਇੱਦਾਂ ਨਾ ਇੱਕ ਯੂਨੀਵਰਸਲ ਕੁਟੁੰਬ ਹੁੰਦਾ ਵੀ ਸਾਰੀ ਜਿਹੜੀ ਧਰਤੀ ਦੀ ਕਾਇਨਾਤ ਹੈ ਇੱਕੋ ਪਰਿਵਾਰ ਹੈ, ਇਸ ਲਈ ਲਾਗੇ ਲਾਗੇ ਨੇਪਾਲ, ਬੰਗਲਾਦੇਸ਼, ਭੂਟਾਨ, ਫਿਰ ਅਫਰੀਕਨ ਕੰਟਰੀਜ਼ ਨੂੰ ਉਹਨਾਂ ਨੇ ਫ੍ਰੀ ਵੀ ਭੇਜੀ ਵੈਕਸੀਨ ਥੋੜ੍ਹੀ ਤੇ ਤਾਂ ਕਿ ਉਹ ਵੀ ਪ੍ਰੋਟੈਕਟਡ ਰਹਿਣ, ਕਿਉਂਕਿ ਉਹਨਾਂ ਕੋਲ ਬਾਇਓਟੈਕ ਇੰਡਸਟਰੀਜ਼ ਨਹੀਂ ਹੈਗੀਆਂ। ਔਰ ਇਹਦੇ ਵਿੱਚ ਮੈਂ ਹੀ ਕਹਿੰਦਾ ਵੀ ਅਸੀਂ ਬਹੁਤ ਨੇੜੇ ਹਾਂ ਵੀ ਕੋਵਿਡ ਜਿਹੜਾ ਹੈਗਾ ਸਾਨੂੰ ਹੁਣ ਤੰਗ ਨਹੀਂ ਕਰੂਗਾ, ਲੇਕਿਨ ਸਾਨੂੰ ਜਿਹੜੇ ਪਬਲਿਕ ਹੈਲਥ ਦੇ ਜਿਹੜੇ ਹੈਗੇ ਮੈਜਰਸ ਉਹ ਫੋਲੋ ਕਰਨੇ ਚਾਹੀਦੇ। ਡਾਕਟਰ ਸਾਹਿਬ ਇੱਕ ਸਵਾਲ, ਤੁਸੀਂ ਬੱਚਿਆਂ ਦੇ ਸਪੈਸ਼ਲਿਸਟ ਹੋ, ਬੱਚਿਆਂ ਦੇ ਵਿੱਚ ਜਾਂ ਜਿਹੜੇ ਨਵਜੰਮੇ ਬੱਚੇ ਆ ਜਾਂ ਇਹਨਾਂ ਦੇ ਵਿੱਚ ਕਿੰਨਾ ਕਿਹਦਾ ਹੁਣ ਤੱਕ ਕੁਝ ਦੇਖਣ ਨੂੰ ਮਿਲਿਆ? ਜਿਹੜਾ ਸਕੂਲਾਂ ਦਾ ਮਾਮਲਾ ਸੀਗਾ ਵੀ ਉਹ ਸਕੂਲ 'ਚ ਹੋ ਗਿਆ, ਉਹ ਸਕੂਲ ਬੰਦ ਕਰ ਦਿਓ, ਇਹਨਾਂ ਦੇ ਵਿੱਚ ਕਿੱਥੇ ਤੱਕ ਇਹ ਪੋਜ਼ਿਟਿਵ ਹੋਣ ਤੋਂ ਬਾਅਦ ਬੱਚੇ ਬਿਮਾਰ ਹੁੰਦੇ ਆ ਜੀ? ਬੱਚਿਆਂ ਦੇ ਦੇਖੋ ਜਿਹੜੇ ਬੱਚੇ ਹਸਪੀਟਲ ਦੇ ਵਿੱਚ ਦਾਖਲ ਹੋਏ, ਜਦੋਂ ਵੀ ਹਸਪੀਟਲ ਦਾਖਲ ਕਰੀਦਾ ਬੱਚਿਆਂ ਨੂੰ ਸਾਰਿਆਂ ਦਾ ਕੋਵਿਡ ਟੈਸਟ ਕਰੀਦਾ। ਅੱਛਾ ਜੀ। ਹਾਂ, ਸੋ ਉਹਦੇ ਵਿੱਚ 50% ਉਹ ਸੀ ਜਿਹੜੇ ਲੱਤ ਤੁਰਾ ਕੇ ਆਏ ਸੀ ਜਾਂ ਜਿਨ੍ਹਾਂ ਨੂੰ ਹੋਰ ਕੰਮ ਸੀ, ਉਹਨਾਂ ਨੂੰ ਲੱਛਣ ਹੀ ਨਹੀਂ ਸੀ। ਸੋ ਬੱਚਿਆਂ 'ਚ ਜਿਹੜੇ ਲੱਛਣ ਲੱਛਣ ਹੁੰਦੇ ਬੜੇ ਸੂਖਸ਼ਮ ਹੁੰਦੇ ਆ। ਦੂਜੀ ਗੱਲ, ਸੋ ਫਾਰ ਕੈਨੇਡਾ 'ਚ ਕੋਈ ਬੱਚੇ ਦੀ ਮੌਤ ਨਹੀਂ ਹੋਈ ਕੋਵਿਡ ਕਰਕੇ, ਲੈਸ ਦੈਨ 16 years of age। ਤੀਜੀ ਗੱਲ, 0.3% ਟੋਟਲ ਕੇਸਿਸ ਬੱਚਿਆਂ ਦੇ ਵਿੱਚ ਪਾਏ ਗਏ। ਸੋ ਬੱਚਿਆਂ ਦੀ ਡਿਜ਼ੀਜ਼ ਨਹੀਂ ਹੈਗੀ। ਸੋ ਬੱਚਿਆਂ ਦੇ ਵਿੱਚ ਬਹੁਤ ਘੱਟ ਹੁੰਦਾ। ਸਕੂਲਾਂ ਦੇ ਵਿੱਚ ਚਲੋ ਠੀਕ ਹੈ ਪੋਜ਼ੀਟਿਵ ਆ ਜਾਂਦੇ, ਉਹ ਜਿਹੜਾ ਕੋਹਾਰਟ ਹੈ ਉਹਨੂੰ ਆਈਸੋਲੇਟ ਕਰਦੇ ਆ, ਲੇਕਿਨ ਕੋਈ ਅਨਸੁਖਾਵੀ ਘਟਨਾ ਨਹੀਂ ਹੁੰਦੀ। ਜਿਹੜਾ ਮਲਟੀ ਸਿਸਟਮਿਕ ਇਨਫਲੇਮੇਟਰੀ ਸਿੰਡਰੋਮ ਜਿਹੜੀ ਆਪਾਂ ਪਹਿਲਾਂ ਵੀ ਕੀਤੀ ਸੀ, ਅੱਖਾਂ ਲਾਲ ਹੋ ਗਈਆਂ, ਜ਼ੁਬਾਨ ਸਟ੍ਰਾਬੇਰੀ ਵਾਲਾ ਹੋ ਗਿਆ, ਰੈਸ਼, ਉਹ ਬਹੁਤ ਲੈਸ ਦੈਨ ਆਪਾਂ 100 ਕੇਸਿਸ ਕਹਿ ਸਕਦੇ ਪੂਰੇ ਕੈਨੇਡਾ 'ਚ। BC 'ਚ ਕਰੀਬਨ 14-15 ਹੋਏ, ਕਿਊਬੈਕ 'ਚ ਕਾਫੀ ਹੋਏ। ਡਾਕਟਰ ਕੱਕੜ ਕਿਊਬੈਕ ਵਾਲੀ ਉਹਦੇ ਉੱਤੇ ਰਿਸਰਚ ਕਰ ਰਹੀ ਹੈ। ਸੋ ਉਹ ਵੀ ਸਾਰੇ ਰਿਕਵਰ ਹੋਏ, ਹੀਲ ਹੋਏ। ਸੋ ਇਹ ਸਾਰੀਆਂ ਗੱਲਾਂ ਚੰਗੀਆਂ ਹੈਗੀਆਂ ਵੀ ਬੱਚਿਆਂ ਨੂੰ ਇਹ ਵਾਇਰਸ ਇੰਨਾ ਤੰਗ ਨਹੀਂ ਕਰ ਰਿਹਾ। ਡਾਕਟਰ ਸਾਹਿਬ ਆਖਰ ਦੇ ਵਿੱਚ
ਜਿੱਦਾਂ ਕਿ ਹੁਣ ਕੋਵਿਡ ਵੀ ਆਪਣੇ ਆਖਰੀ ਦਮ ਦੇ ਉੱਤੇ ਆ ਚੁੱਕਾ, ਆਸ ਕਰਦੇ ਆ ਸਾਰੇ ਲੋਕ ਵੀ ਹੁਣ ਇਹ ਖਤਮ ਹੋ ਜਾਣਾ, ਪਰ ਫਿਰ ਵੀ ਕਿਉਂਕਿ ਹੁਣ ਇੰਨਾ ਲੰਬਾ ਸਮਾਂ ਹੋ ਗਿਆ ਲੋਕਾਂ ਨੂੰ ਅੰਦਰ ਬੈਠਿਆਂ ਨੂੰ, ਕੋਈ ਪਾਰਟੀਜ਼ ਨਹੀਂ, ਕੋਈ ਬਾਹਰ ਨਹੀਂ, ਕੋਈ ਫੰਕਸ਼ਨ ਨਹੀਂ, ਕੋਈ ਟਰੈਵਲ ਨਹੀਂ, ਹਾਂਜੀ ਮਾਨਸਿਕ ਰੂਪ ਦੇ ਵਿੱਚ ਤਕੜੇ ਰਹਿਣ ਦੇ ਲਈ ਕੀ ਕੀਤਾ ਜਾਵੇ ਜਾਂ ਕੀ ਕਰਨਾ ਜੀ? ਦੇਖੋ ਗੱਲ ਉੱਥੇ ਖਲੋਤੀ ਜਿਹੜੀ ਗੱਲ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਾ ਸਿੱਧ ਜੋਗੀ ਬ੍ਰਹਮ ਨਾਥ ਉਹਨਾਂ ਨੇ ਇੱਕ ਸਵਾਲ ਪਾਤਾ ਜੀ, ਕਹਿੰਦੇ ਕਿਵ ਸਚਿਆਰਾ ਹੋਈ ਹੈ ਕਿਵ ਕੋੜੇ ਟੁੱਟੇ ਪਾ। ਮਹਾਰਾਜ ਵੀ ਹੁਣ ਦੱਸੋ ਇਹ ਜਿਹੜੀ 60 ਸਤੀ ਆਈ ਹੈ ਕਿੱਦਾਂ ਹਟੋਗੀ? ਮਹਾਰਾਜ ਨੇ ਇੱਕੋ ਲਾਈਨ ਕਹੀ, ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾ। ਇਹ ਹੁਕਮੀ ਦਾ ਹੁਕਮ ਹੈ, ਇਹਨੂੰ ਮੰਨਣਾ ਪੈਣਾ ਵੀ ਇਹ ਆਇਆ ਆ, ਇਹ ਅਸੀਂ ਕੰਟਰੋਲ ਨਹੀਂ ਕਰ ਸਕਦੇ ਸੀ, ਇਹ ਸਾਡੇ ਹੱਥ ਦੇ ਵਿੱਚ ਇਹਦਾ ਨਹੀਂ ਸੀ। ਹਾਂ ਅਸੀਂ ਆਪਣੀ ਸਿਹਤ ਨੂੰ ਕੰਟਰੋਲ ਕਰਨ ਵਾਸਤੇ ਪਬਲਿਕ ਹੈਲਥ ਦੀ ਜਿਹੜੀ ਗਾਈਡਲਾਈਨਸ ਆ ਉਹਨੂੰ ਫੋਲੋ ਕਰ ਸਕਦੇ। ਹੁਣ ਦੂਜਾ ਜਿਹੜਾ ਇਹਦਾ ਪੋਜ਼ਿਟਿਵ ਪੱਖ ਦੇਖੋ, ਕਿਸੇ ਨੂੰ ਫਲੂ ਨਹੀਂ ਹੋਇਆ, ਇਨਫਲੂਐਂਜ਼ਾ। ਮੇਰੇ ਲਾਈਨ ਲੱਗੀ ਹੁੰਦੀ ਸੀ ਆਫਿਸ 'ਚ, ਬੱਚਿਆਂ ਨੂੰ ਪੰਪ ਦੇਣਾ, ਖੰਘ ਰੇਸ਼ੀ ਜ਼ੁਕਾਮ ਨਮੋਨੀਆ, ਕੋਈ ਬੱਚੇ ਨੂੰ ਨਹੀਂ ਹੋਇਆ ਕਿਉਂਕਿ ਜਿਹੜਾ ਆਪਾਂ ਮਾਸਕ ਪਾਉਂਦੇ ਆ, ਫਿਜ਼ੀਕਲ ਡਿਸਟੈਂਸ ਰੱਖਦੇ ਉਸ ਤੋਂ ਦੂਰੀ, ਜਿਹੜਾ ਓਜ਼ੋਨ ਲੇਅਰ ਆ ਉਹ ਵੀ ਰਿਪੇਅਰ ਹੋ ਰਿਹਾ। ਪਸ਼ੂ ਪੰਖੀ ਵੀ ਜਿਹੜੇ ਨਵੀਂ ਨਸਲਾਂ ਵਾਲੇ ਜਿਹੜੇ ਐਕਸਟਿੰਕਟ ਹੋ ਰਹੇ ਸੀ ਉਹਨਾਂ ਦੀ ਵੀ ਲਾਈਫ ਸਪੈਨ ਵੱਧ ਗਈ ਆ। ਬਾਕੀ ਜਿਹੜੇ ਦੁੱਖ ਸੁੱਖ ਹੈਗੇ ਇਨਸਾਨ ਨੂੰ ਮਿਲਦੇ ਆ, ਆਉਂਦੇ ਆ, ਦੋਵੇਂ ਕੱਪੜੇ ਦੀ ਨਿਆਈ ਹੁੰਦੀ ਆ, ਦੁੱਖ ਸੁੱਖ ਸੋਨੋ ਕੱਪੜੇ ਪਹਿਰੇ ਜਾਏ ਮਨੁੱਖ। ਲੇਕਿਨ ਹਮੇਸ਼ਾ ਹੀ ਅੰਧੇਰੀ ਰਾਤ ਤੋਂ ਬਾਅਦ ਉਜਾਲਾ ਤੇ ਹੁੰਦਾ, ਔਰ ਉਜਾਲੇ ਦੀ ਕਿਰਨਾਂ ਸਾਨੂੰ ਆਲਰੇਡੀ ਨਜ਼ਰ ਆ ਰਹੀਆਂ। 3 ਮਹੀਨੇ ਤੋਂ ਵੈਕਸੀਨੇਸ਼ਨ ਪ੍ਰੋਗਰਾਮ ਕੈਨੇਡਾ ਦੇ ਵਿੱਚ ਅੱਜ 15 ਮਾਰਚ ਜਾਂ 15 ਦਸੰਬਰ ਨੂੰ ਸ਼ੁਰੂ ਹੋਇਆ ਸੀ, ਐਗਜ਼ੈਕਟਲੀ 3 ਮਹੀਨੇ ਹੋ ਗਏ, ਔਰ ਵੈਕਸੀਨੇਸ਼ਨ ਦੇ ਨਾਲ ਇਹਦੇ ਉੱਤੇ ਅਸੀਂ ਵਿਜੇ ਪਾਵਾਂਗੇ। ਥੋੜ੍ਹਾ ਜਿਹਾ ਹੋਰ ਤੁਹਾਨੂੰ ਸੰਤੁਸ਼ਟ ਔਰ ਸਬਰ ਦੀ ਲੋੜ ਹੈਗੀ ਆ। ਸੱਤ ਹੋਰ ਸੰਤੋਖ। ਕਬੀਰ ਸਾਹਿਬ ਨੂੰ ਕਿਸੇ ਨੇ ਪੁੱਛਿਆ ਕਿਉਂ ਲੀਜੇ ਗੜ ਬੰਕਾ ਪਾਈ, 2 ਵਾਰ ਕੋਟ 30 ਵਾਰ ਖਾਈ, 5-25 ਮਦਮਸਤਰ ਆਡੀ ਪਰਬਲ ਮਾਇਆ, ਜਨ ਕਬੀਰ ਕੋ ਜੋਰ ਨਾ ਚਾਲੇ ਕਿਆ ਕਰੂ ਰਗੁਰਾਇਆ। ਕਬੀਰ ਸਾਹਿਬ ਕਹਿੰਦੇ ਵੀ ਮਨ ਨੂੰ ਕਿੱਦਾਂ ਆਪਾਂ ਫੜਨਾ। ਉਹ ਕਹਿੰਦੇ ਵੀ ਜਿੱਦਾਂ ਇੱਕ ਕਿਲਾ ਹੁੰਦਾ, ਉਹਦੀ 2 ਦੀਵਾਰਾਂ ਹੁੰਦੀਆਂ, ਵਿੱਚ 3 ਖਾਈਆਂ ਹੁੰਦੀਆਂ, ਉਹ ਦੁਬਦਾ ਦੀਆਂ ਦੀਵਾਰਾਂ, ਤੇ 2 ਦੀਵਾਰ ਤੇ 2 ਡੋਰ ਵੀ ਹੋਏ, ਡੋਰ ਹੈਗੇ ਪਾਪ ਔਰ ਪੁੰਨ ਦੇ। ਜਿਹੜੀ ਟ੍ਰੈਂਚਿਸ ਹੈਗੀਆਂ, ਜਿਹੜੀਆਂ ਖਾਈਆਂ, ਉਹ 3 ਗੁਣਾਂ ਦੀਆਂ, ਸਤਗੁਣ ਰਜੋਗੁਣ ਤਮੋਗੁਣ, ਤਿੰਨੋਂ ਤੋਂ ਨਿਕਲ ਜਾਓ। ਸਤੋਗੁਣ 'ਚ ਨਾ ਕਿਸੇ ਦੀ ਆਪਾਂ ਭਲਾ ਕਰਨਾ, ਉਹ ਵੀ ਮਨ ਜਿਹੜਾ ਹੈਗਾ ਤੁਹਾਨੂੰ ਕਰਵਾ ਰਿਹਾ, ਸੋ ਮਨ ਕੰਟਰੋਲ ਕਰ ਰਿਹਾ। ਲੋਕੀ ਬਹੁਤ ਸਮਝਦੇ ਅਸੀਂ ਕਿਸੇ ਦਾ ਭਲਾ ਕਰ ਰਹੇ, ਲੇਕਿਨ ਕਬੀਰ ਸਾਹਿਬ ਕਹਿੰਦੇ ਉਸ ਤੋਂ ਨਿਕਲ ਜਾਓ। ਤਮੋਗੁਣ ਹੁੰਦਾ ਵੀ ਵਿਨਾਸ਼ ਕਰਨਾ, ਤੇ ਰਜੋਗੁਣ ਹੁੰਦਾ ਵੀ ਮੈਂ ਰਾਜਾ ਜਾਂ ਕੁਝ ਕ੍ਰੀਏਟ ਕਰਨਾ। ਤੇ ਕਬੀਰ ਸਾਹਿਬ ਕਹਿੰਦੇ ਵੀ ਜਿਹੜਾ ਪਾਪ ਆ ਉਹ ਤਾਂ ਇਨਸਾਨ ਕਹਿੰਦਾ ਨਹੀਂ ਕਰਨਾ, ਲੇਕਿਨ ਪੁੰਨ ਵੀ ਜਿਹੜਾ ਹੈਗਾ ਉਹ ਵੀ ਬੰਧਨ ਆ। ਪਾਪ ਪੁੰਨ 2 ਦਰਵਾਜ਼ੇ। ਫਿਰ ਉਹ ਕਹਿੰਦਾ ਵੀ ਹੁਣ ਮੈਂ ਕਰਾਂ ਤੇ ਕਰਾਂ ਕੀ? ਉਹ ਕਹਿੰਦਾ ਵੀ ਮੈਂ ਇੱਕ ਨਾ ਤੋਪ ਬਣਾਈ, ਕਹਿੰਦਾ ਵੀ ਸੁਰਤ ਹਵਾਈ ਪ੍ਰੇਮ ਪਲੀਤਾ ਗੋਲਾ ਗਿਆਨ ਚਲਾਇਆ। ਜਿਹੜਾ ਉੱਥੇ ਫਿਊਜ਼ ਹੈਗਾ ਜਿੱਥੇ ਅੱਗ ਲੱਗਣੀ ਆ, ਉਹ ਪ੍ਰੇਮ ਦਾ ਪਾਇਆ, ਗੋਲਾ ਗਿਆਨ ਦਾ। ਉਹ ਇੰਨਾ ਵੱਡਾ ਜਿਹੜਾ ਕਿਲਾ, ਉਹਨੂੰ 1-2 ਬੰਬ ਲੱਗ ਵੀ ਜਾਊਗਾ, ਗੋਲਾ ਤਾਂ ਉਹਨੂੰ ਕੁਛ ਨਹੀਂ ਹੋਣ ਲੱਗਾ। ਕਹਿੰਦਾ ਫਿਰ ਮੈਂ ਛੱਡੀ। ਸੋ ਫਿਰ ਕਹਿੰਦਾ ਮੈਂ ਐਨਾਲਾਈਜ਼ ਕੀਤਾ, 7 ਸੰਤੋਖ, ਇਹ 2 ਜਿਹੜੇ ਹੈਗੇ ਮੈਂ ਆਪਣੇ ਪੱਲੇ ਬੰਨ ਲਏ। ਲੈ ਲੜਨੇ ਲਾਗਾ ਤੋੜੇ 2 ਦਰਵਾਜ਼ੇ, 2 ਦਰਵਾਜ਼ੇ ਤੋੜ ਕੇ ਫਿਰ ਹੁਣ ਮਨ ਨੂੰ ਫੜਨ ਜਾਣਾ ਜਿਹੜਾ ਸਿੰਘਾਸਨ 'ਚ ਬੈਠਾ। ਫਿਰ ਉੱਥੇ 2 ਫੈਕਟਰ ਆ, ਇੱਕ ਤੁਹਾਡੇ ਕੰਟਰੋਲ 'ਚ, ਇੱਕ ਫਿਰ ਕੰਟਰੋਲ 'ਚ ਨਹੀਂ। ਸਾਧ ਸੰਗਤ ਔਰ ਗੁਰ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਸੋ ਗੁਰੂ ਦੀ ਕਿਰਪਾ ਤਾਂ ਹੀ ਹੋਣੀ ਆ ਜੇ ਅਸੀਂ ਗੱਲ ਮੰਨੀਏ। ਗੁਰੂ ਨੂੰ ਅਸੀਂ ਮੰਨਦੇ, ਲੇਕਿਨ ਗੁਰੂ ਦੀ ਗੱਲ ਨਹੀਂ ਮੰਨਦੇ। ਪ੍ਰੋਬਲਮ ਇਹ ਹੋ ਜਾਂਦੀ ਨਾ ਜੀ। ਸੋ ਗੁਰੂ ਦੀ ਗੱਲ ਮੰਨੀਏ। ਸੋ ਗੁਰੂ ਕੀ ਕਹਿੰਦਾ, ਕੁੰਭੇ ਬੱਦਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਜਾ ਮੰਨ ਰਹੇ, ਗੁਰ ਬਿਨ ਗਿਆਨ। ਸੋ ਗੁਰੂ ਜੋ ਗੱਲ ਕਹਿੰਦਾ ਉਹ ਮੰਨਣਾ। ਔਰ ਸਾਧ ਸੰਗਤ ਦੇ ਵਿੱਚ ਸਵੈ ਸੰਗਤ ਤੇ ਸਾਧ ਸੰਗਤ, ਆਪਾਂ ਡਿਜੀਟਲੀ ਵੀ ਸਾਧ ਸੰਗਤ ਕਰ ਸਕਦੇ, ਲੇਕਿਨ 7 ਔਰ ਸੰਤੋਖ ਮੋਰ ਇੰਪੋਰਟੈਂਟ ਦੈਨ ਪ੍ਰੇਮ ਤੇ ਹੋਰ ਚੀਜ਼ਾਂ। ਸੋ ਆਪਾਂ ਖੁਸ਼ ਰਹੀਏ, ਆਬਾਦ ਰਹੀਏ, ਬਾਣੀ ਦੇ ਨਾਲ ਜੁੜੀਏ ਜੀ। ਅੱਛੇ ਦਿਨ ਜ਼ਰੂਰ ਆ ਰਹੇ ਨੇ, ਔਰ ਤੁਹਾਡੇ ਨਾਲ ਫਿਰ ਅਗਲੇ ਪ੍ਰੋਗਰਾਮ 'ਚ ਸਾਂਝੇ ਕਰਾਂਗੇ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ। ਦੋਸਤੋ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ, ਉਹਨਾਂ ਨੇ ਸਾਰੀ ਜਿਹੜੀ ਸਾਨੂੰ ਹੁਣ ਤੱਕ ਜੋ ਅਪਡੇਟ ਆ ਉਹ ਦੱਸੀ, ਔਰ ਅਸੀਂ ਇਸੇ ਆਸ ਦੇ ਨਾਲ ਕਿ ਬਹੁਤ ਜਲਦੀ ਅਸੀਂ ਸਾਰੇ ਇਸ ਮਹਾਮਾਰੀ ਦੇ ਵਿੱਚੋਂ ਬਾਹਰ ਆਵਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਧੰਨਵਾਦ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।